एवरीवन। ਹੁਣ ਅਸੀਂ ਕਰ ਰਹੇ ਹਾਂ ਬੀਐਡ ਫਸਟ ਈਅਰ ਦਾ ਜੋ ਸਾਡਾ ਟੀਚਿੰਗ ਸਬਜੈਕਟ ਹੈ ਟੀਚਿੰਗ ਆਫ ਪੰਜਾਬੀ। ਤਾਂ ਸਾਡੀ ਜਿਹੜੀ 4th ਯੂਨਿਟ ਹੈ ਉਹ ਚੱਲ ਰਹੀ ਹੈ, ਜਿਹਦੇ ਵਿੱਚ ਅਸੀਂ ਇਵੈਲੂਏਸ਼ਨ ਦੇ ਜਿਹੜੇ ਟੌਪਿਕਸ ਨੇ ਉਹ ਸਟਾਰਟ ਕੀਤੇ ਗਏ ਨੇ। ਤਾਂ ਪਿਛਲੇ ਲੈਕਚਰ ਵਿੱਚ ਆਪਾਂ ਜਿਹੜਾ ਸਟਾਰਟ ਕੀਤਾ ਸੀ ਆਬਜੈਕਟਿਵ ਟਾਈਪ ਟੈਸਟ ਜਾਂ ਫਿਰ ਵਸਤੂਗਤ ਜਾਂ ਵਸਤੂਨਿਸ਼ਟ ਪ੍ਰੀਖਿਆ। ਤਾਂ ਪਿਛਲੇ ਲੈਕਚਰ ਵਿੱਚ ਆਪਾਂ ਇਹਦੇ ਮੀਨਿੰਗ ਕਲੀਅਰ ਕਰ ਚੁੱਕੇ ਹਾਂ ਕਿ ਜਿਹੜੇ ਵਸਤੂਨਿਸ਼ਟ ਪ੍ਰੀਖਿਆ ਹੁੰਦੀ ਆ ਉਹ ਕੀ ਹੁੰਦੀ ਆ, ਸਾਡੇ ਲਈ ਇਹ ਕਿਉਂ ਜ਼ਰੂਰੀ ਬਣਦੀ ਜਾ ਰਹੀ ਆ। ਉਸ ਤੋਂ ਬਾਅਦ ਇਹਦੇ ਪ੍ਰਸ਼ਨ ਪੱਤਰ ਦੇ ਨਿਰਮਾਣ ਦੀ ਗੱਲ ਕੀਤੀ ਸੀਗੀ ਕਿ ਪ੍ਰਸ਼ਨ ਪੱਤਰ ਦਾ ਜਿਹੜਾ ਨਿਰਮਾਣ ਹੈ ਜਾਂ ਵਸਤੂਗਤ ਜਿਹੜੀ ਪ੍ਰੀਖਿਆ ਹੈਗੀ ਆ ਇਹ ਕਰਵਾਉਂਦੇ ਸਮੇਂ ਸਾਨੂੰ ਜਿਹੜੇ ਕੁਐਸਚਨਸ ਨੇ ਜਿਹੜੇ ਪ੍ਰਸ਼ਨ ਨੇ ਉਹ ਕਿਹੜੀਆਂ ਗੱਲਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਬਣਾਉਣੇ ਚਾਹੀਦੇ ਨੇ। ਫਿਰ ਅਸੀਂ ਇਹਦੇ ਸਟੈਪਸ ਦੀ ਗੱਲ ਕੀਤੀ, ਕਿਹੜੇ ਜਿਹੜੇ ਸਟੈਪਸ ਨੇ ਉਹ ਇਹਦੇ ਵਿੱਚ ਫੋਲੋ ਕਰਨੇ ਚਾਹੀਦੇ ਨੇ, ਜਿਹਦੇ ਵਿੱਚ ਅਸੀਂ ਸਟੇਨਲੇ ਅਤੇ ਰੌਸ ਦੇ ਅਨੁਸਾਰ ਜਿਹੜੇ 4 ਸਟੈਪਸ ਨੇ ਉਹਨਾਂ ਦੀ ਗੱਲ ਕੀਤੀ ਸੀਗੀ। ਫਸਟ ਸਟੈਪ ਦੀ ਗੱਲ ਕੀਤੀ ਸੀ ਨਿਯੋਜਨ, ਮਤਲਬ ਉਹਦੀ ਪਲਾਨਿੰਗ। ਦੂਸਰਾ ਸਟੈਪ ਕੀਤੀ ਸੀ ਅਸੀਂ ਮਦਾਂ ਦੀ ਰਚਨਾ ਕਰਨੀ। ਔਰ ਤੀਸਰੀ ਜਿਹੜੀ ਆਪਾਂ ਸਟੈਪਸ ਦੀ ਗੱਲ ਕੀਤੀ ਸੀ ਉਹ ਸੀ ਪ੍ਰੀਖਿਆ ਦੀ ਜਾਂਚ ਕਰਨੀ। ਔਰ ਚੌਥਾ ਜਿਹੜਾ ਸਾਡਾ ਸਟੈਪ ਸੀ ਉਹ ਸੀ ਮੁਲਾਂਕਣ। ਤਾਂ ਸਾਡੇ ਜਿਹੜੇ ਸਟੈਪਸ ਨੇ ਉਹ ਆਲਰੇਡੀ ਕੰਪਲੀਟ ਹੋ ਚੁੱਕੇ ਨੇ। ਹੁਣ ਅੱਜ ਦੇ ਲੈਕਚਰ ਵਿੱਚ ਅਸੀਂ ਜਿਹੜਾ ਇਹਦੇ ਟੌਪਿਕ ਬਾਰੇ ਸਟਾਰਟ ਕਰਾਂਗੇ ਉਹ ਹਨ ਇਹਨਾਂ ਦੀਆਂ ਪ੍ਰਸ਼ਨਾਂ ਦੀਆਂ ਕਿਸਮਾਂ। ਕਿ ਜਦੋਂ ਵੀ ਅਸੀਂ ਵਸਤੂਗਤ ਜਾਂ ਫਿਰ ਵਸਤੂਨਿਸ਼ਟ ਜਿਹੜੀ ਪ੍ਰੀਖਿਆ ਹੁੰਦੀ ਹੈ ਉਹਦੇ ਲਈ ਜਿਹੜੇ ਪ੍ਰਸ਼ਨ ਪੱਤਰ ਨਿਰਮਾਣ ਕਰਦੇ ਹਾਂ ਉਹਦੇ ਵਿੱਚ ਕਿਹੜੇ ਕਿਸਮ ਦੇ ਜਿਹੜੇ ਪ੍ਰਸ਼ਨ ਨੇ ਉਹ ਪਾ ਸਕਦੇ ਹਾਂ, ਮਤਲਬ ਕਿੰਨੇ ਤਰੀਕੇ ਦੇ ਜਿਹੜੇ ਪ੍ਰਸ਼ਨ ਨੇ ਉਹ ਹੋ ਸਕਦੇ ਹਨ। ਤਾਂ ਇੱਥੇ ਆਪਾਂ ਗੱਲ ਕਰਾਂਗੇ ਪ੍ਰਸ਼ਨਾਂ ਦੀਆਂ ਕਿਸਮਾਂ, ਵਸਤੂਨਿਸ਼ਟ ਪ੍ਰਸ਼ਨਾਂ ਦੀਆਂ ਕਿਸਮਾਂ। ਵਸਤੂਨਿਸ਼ਟ ਪ੍ਰਸ਼ਨਾਂ ਦੀਆਂ ਕਿਸਮਾਂ। ਦੇਖੋ ਜਿਹੜੇ ਵਸਤੂਗਤ ਪ੍ਰੀਖਿਆ ਹੈਗੀ ਆ ਇਹਦੇ ਵਿੱਚ ਜਿਹੜੀਆਂ ਪ੍ਰਸ਼ਨਾਂ ਦੀਆਂ 2 ਕਿਸਮਾਂ ਦੀ ਗੱਲ ਕੀਤੀ ਗਈ ਹੈ ਕਿ ਇਹਦੀਆਂ ਜਿਹੜੀਆਂ 2 ਕਿਸਮਾਂ ਹੁੰਦੀਆਂ ਨੇ। ਜਿਹੜੀ ਫਸਟ ਇਹਨਾਂ ਨੇ ਕਿਸਮ ਦੀ ਗੱਲ ਕੀਤੀ ਹੈਗੀ ਆ, ਫਸਟ ਹੈਗੀ ਆ ਜਿਹੜੇ ਪਛਾਣਾਤਮਕ ਪ੍ਰਸ਼ਨ ਹੁੰਦੇ ਨੇ। ਸੈਕਿੰਡ ਜਿਹੜੇ ਹੁੰਦੇ ਨੇ ਉਹ ਹੁੰਦੇ ਨੇ ਪੁਨਰ-ਸਿਮਰਤੀ ਪ੍ਰਸ਼ਨ। ਤਾਂ ਆਪਾਂ ਇੱਥੇ ਦੋਨੇ ਟਾਈਪਸ ਦੀ ਗੱਲ ਕਰਾਂਗੇ, ਦੋਨੇ ਹੀ ਟਾਈਪਸ ਬਾਰੇ ਅਸੀਂ ਇੱਥੇ ਪੜਾਂਗੇ। ਤਾਂ ਫਸਟ ਜਿਹੜਾ ਇਹਦਾ ਕਿਸਮ ਹੈਗੀ ਆ, ਜਿਹੜੀ ਫਸਟ ਕਿਸਮ ਦੀ ਗੱਲ ਕੀਤੀ ਹੈ ਉਹ ਹੈਗੀ ਆ ਪਛਾਣਾਤਮਕ ਪ੍ਰਸ਼ਨ, ਤੇ ਜਿਹੜੇ ਸੈਕਿੰਡ ਟਾਈਪ ਦੀ ਗੱਲ ਕੀਤੀ ਆ ਉਹ ਹੈਗੀ ਆ ਪੁਨਰ ਸਿਮਰਤੀ ਪ੍ਰਸ਼ਨ। 2 ਟਾਈਪਸ ਦੇ ਜਿਹੜੇ ਇਹਦੇ ਵਿੱਚ ਵਸਤੂਨਿਸ਼ਟ ਪ੍ਰਸ਼ਨਾਂ ਦੀਆਂ ਕਿਸਮਾਂ ਨੇ, 2 ਟਾਈਪ ਦੇ ਉਹਦੇ ਵਿੱਚ ਪ੍ਰਸ਼ਨ ਪੁੱਛੇ ਗਏ ਨੇ, ਪਛਾਣਾਤਮਕ ਪ੍ਰਸ਼ਨ, ਪੁਨਰ ਸਿਮਰਤੀ ਪ੍ਰਸ਼ਨ। ਪਛਾਣਾਤਮਕ ਜਿਵੇਂ ਸਾਨੂੰ ਸ਼ਬਦ ਤੋਂ ਹੀ ਪਤਾ ਲੱਗਦਾ ਹੈ ਕਿਸੇ ਚੀਜ਼ ਨੂੰ ਪਛਾਣ ਕੇ, ਮਤਲਬ ਜਾਂ ਫਿਰ ਸਹੀ ਉੱਤਰ ਪਛਾਣ ਕੇ ਉਹਨੂੰ ਟਿਕ ਕਰਨਾ ਜਾਂ ਉਹ ਲਿਖਣਾ। ਇਹ ਹਾਂ ਜਾਂ ਨਾ ਚ ਵੀ ਹੋ ਸਕਦਾ ਹੈ, ਇਹ ਸਹੀ ਜਾਂ ਗਲਤ ਵਿੱਚ ਵੀ ਹੋ ਸਕਦਾ ਹੈ। ਇਹ ਕਾਫੀ ਜਿਹੜੇ ਆਪਸ਼ਨਸ ਦਿੱਤੇ ਹੋਏ ਉਹਨਾਂ ਵਿੱਚੋਂ ਆਪਸ਼ਨ ਚੂਜ਼ ਕਰਨਾ ਵੀ ਹੋ ਸਕਦਾ ਹੈ, ਜਾਂ ਫਿਰ ਆਪਾਂ ਕਹਿ ਲਈਏ ਕਿ ਸਹੀ ਮਿਲਾਨ ਕਰਨਾ ਵੀ ਹੋ ਸਕਦਾ ਹੈ। ਆਪਾਂ ਅਗਰ ਪੁਨਰ ਸਮਿਤੀ ਦੀ ਗੱਲ ਕਰੀਏ, ਪੁਨਰ ਸਮਿਤੀ ਦੇ ਵਿੱਚ ਜਿਹੜੇ ਕੁਐਸਚਨਸ ਆਉਂਦੇ ਨੇ ਉਹ ਕੁਝ ਇਸ ਤਰੀਕੇ ਦੇ ਆਉਂਦੇ ਨੇ ਕਿ ਆਪਾਂ ਨੂੰ ਉਹਦਾ ਜਿਹੜਾ ਉੱਤਰ ਹੈਗਾ ਉਹ ਖੁਦ ਕੋਲੋਂ ਆਪਾਂ ਨੂੰ ਲਿਖਣਾ ਪੈਂਦਾ। ਨਾ ਉਹਦੇ ਵਿੱਚ ਹਾਂ ਜਾਂ ਨਾ ਲਿਖੀ ਹੁੰਦੀ ਆ, ਨਾ ਉਹਦੇ ਵਿੱਚ ਸਹੀ ਗਲਤ ਲਿਖਿਆ ਹੁੰਦਾ ਹੈ, ਨਾ ਉਹਦੇ ਵਿੱਚ ਜਿਹੜਾ ਸਹੀ ਮਿਲਾਨ ਕਰਨਾ ਹੁੰਦਾ। ਉਹਦੇ ਵਿੱਚ ਸਿਰਫ ਔਰ ਸਿਰਫ ਜਿਹੜਾ ਇੱਕ ਪ੍ਰਸ਼ਨ ਦਿੱਤਾ ਰਹੇਗਾ। ਫੋਰ ਐਗਜ਼ਾਮਪਲ ਆਪਾਂ ਗੱਲ ਕਰ ਲਈਏ ਕਿ ਗੁਰੂ ਨਾਨਕ ਦੇਵ ਜੀ ਦਾ ਜਨਮ ਕਦੋਂ ਹੋਇਆ ਸੀ, ਇਹਦੇ ਵਿੱਚ ਕੋਈ ਆਪਸ਼ਨ ਨਹੀਂ ਹੋਊਗਾ। ਤਾਂ ਆਪਾਂ ਜਿਹੜਾ ਪੁਨਰ ਸਿਮਰਿਤ ਕਰਕੇ, ਮਤਲਬ ਅਸੀਂ ਜੋ ਕੁਝ ਵੀ ਪੜ੍ਹਿਆ ਹੈਗਾ ਸਾਨੂੰ ਉਹ ਭੂਤਕਾਲ ਦੀ ਜਿਹੜੀ ਪੜ੍ਹਾਈ ਆ ਉਹ ਯਾਦ ਕਰਨੀ ਪਊਗੀ ਕਿ ਅਸੀਂ ਇਹਦੇ ਜਨਮ ਬਾਰੇ ਕੀ ਪੜ੍ਹਿਆ ਸੀਗਾ। ਔਰ ਮਤਲਬ ਹਰ ਇੱਕ ਜਿਹੜੇ ਦੋਨਾਂ ਦੀ ਨੇ ਇਹਦੇ ਵਿੱਚ ਅਲੱਗ-ਅਲੱਗ ਟਾਈਪ ਦੇ ਜਿਹੜੇ ਕੁਐਸਚਨਸ ਆਉਂਦੇ ਨੇ। ਹੁਣ ਆਪਾਂ ਇਹਨਾਂ ਦੇ ਅਲੱਗ-ਅਲੱਗ ਟਾਈਪ ਦੇ ਗੱਲ ਕਰਾਂਗੇ ਕਿ ਪਛਾਣਾਤਮਕ ਜਿਹੜੇ ਪ੍ਰਸ਼ਨ ਨੇ ਉਹਨਾਂ ਵਿੱਚ ਕਿੰਨੇ ਟਾਈਪ ਦੇ ਜਿਹੜੇ ਪ੍ਰਸ਼ਨ ਨੇ ਉਹ ਪ੍ਰਸ਼ਨ ਪੱਤਰ ਵਿੱਚ ਪਾ ਸਕਦੇ ਆ। ਤੇ ਨਾਲ ਦੀ ਨਾਲ ਆਪਾਂ ਗੱਲ ਕਰਾਂਗੇ ਪੁਨਰ ਸਮਰਿਤੀ ਜਿਹੜੇ ਪ੍ਰਸ਼ਨ ਨੇ ਉਹਦੇ ਵਿੱਚ ਕਿਸ ਤਰੀਕੇ ਦੇ ਜਿਹੜੇ ਕਿੰਨੇ ਟਾਈਪ ਦੇ ਜਿਹੜੇ ਪ੍ਰਸ਼ਨ ਨੇ ਉਹ ਹੋ ਸਕਦੇ ਨੇ। ਤਾਂ ਆਪਾਂ ਦੋਵਾਂ ਨੂੰ ਡਿਟੇਲ ਵਿੱਚ ਪੜ੍ਹਦੇ ਹਾਂ। ਆਪਾਂ ਸਟਾਰਟ ਕਰਦੇ ਹਾਂ ਜਿਹੜੇ ਆਪਣੇ ਪਛਾਣਾਤਮਕ ਪ੍ਰਸ਼ਨ ਦੀ ਜਿਹੜੀ ਗੱਲ ਕੀਤੀ ਸੀ, ਆਪਾਂ ਪਛਾਣਾਤਮਕ ਪ੍ਰਸ਼ਨ ਦੀ ਗੱਲ ਕੀਤੀ ਹੈ ਕਿ ਉਹਦੇ ਵਿੱਚ ਜਿਹੜੇ ਕਿੰਨੀਆਂ ਕਿਸਮ ਦੀਆਂ ਪ੍ਰਸ਼ਨ ਆ ਸਕਦੇ ਨੇ। ਫਸਟ ਆਪਾਂ ਇਹਦੇ ਤੋਂ ਸ਼ੁਰੂ ਕਰਾਂਗੇ। ਜਿਹੜੇ
ਪਛਾਣਾਤਮਕ ਪ੍ਰਸ਼ਨ ਹੁੰਦੇ ਨੇ ਉਹ ਕਿਸ ਤਰੀਕੇ ਦੇ ਹੁੰਦੇ ਨੇ, ਜਿਹੜੇ ਕਿਹੜੇ ਟਾਈਪਸ ਦੇ ਅੱਗੇ ਇਹਦੇ ਜਿਹੜੇ ਪ੍ਰਸ਼ਨਸ ਨੇ ਆਪਾਂ ਇਹਦੇ ਵਿੱਚ ਆਪਾਂ ਪਾ ਸਕਦੇ ਹਾਂ। ਤਾਂ ਆਪਾਂ ਗੱਲ ਕਰਦੇ ਹਾਂ ਪਛਾਣਾਤਮਕ ਪ੍ਰਸ਼ਨ। ਇਸ ਪ੍ਰੀਖਿਆ ਵਿਚਾਲੇ ਬੱਚੇ ਨੂੰ ਪਛਾਣਨ ਦੀ ਸ਼ਕਤੀ ਦੀ ਜਾਂਚ ਕੀਤੀ ਜਾਂਦੀ ਹੈ ਕਿ ਬੱਚੇ ਨੂੰ ਅਗਰ ਅਸੀਂ ਇੱਕ ਪ੍ਰਸ਼ਨ ਦੇ ਦਈਏ ਉਹਦੇ ਵਿੱਚ ਅਗਰ ਅਸੀਂ ਕੁਝ ਆਪਸ਼ਨ ਦੇ ਦਈਏ ਜਾਂ ਹਾਂ ਜਾਂ ਗਲਤ ਲਿਖਿਆ ਦੇ ਦਈਏ, ਸਹੀ ਜਾਂ ਗਲਤ, ਜਾਂ ਫਿਰ ਹਾਂ ਜਾਂ ਨਹੀਂ ਦੇ ਦਈਏ ਜਾਂ ਉਚਿਤ ਮਿਲਾਨ ਕਰਨਾ ਲਿਖ ਕੇ ਦੇ ਦਈਏ, ਤਾਂ ਕੀ ਬੱਚਾ ਜਿਹੜਾ ਉਹਦਾ ਸਹੀ ਆਨਸਰ ਉਹ ਪਛਾਣ ਪਾਉਂਦਾ ਗਾ, ਸਹੀ ਜਿਹੜਾ ਪ੍ਰਸ਼ਨ ਦੀ ਉਹਨੂੰ ਸਮਝ ਲੱਗ ਸਕਦੀ ਹੈ। ਤਾਂ ਇਸ ਵੱਖ-ਵੱਖ ਤਰੀਕਿਆਂ ਰਾਹੀਂ ਜਿਹੜਾ ਬੱਚੇ ਦੀ ਇੱਕ ਪਛਾਣਨ ਦੀ ਸ਼ਕਤੀ ਹੈ, ਬੱਚੇ ਦੀ ਸਹੀ ਆਨਸਰ ਪਛਾਣਨ ਦੀ ਜਿਹੜੀ ਯੋਗਤਾ ਹੈ ਉਹਦੀ ਜਾਂਚ ਕੀਤੀ ਜਾਂਦੀ ਹੈ। ਇਸ ਵਿੱਚ ਸਾਰੇ ਪ੍ਰਸ਼ਨ ਇਸ ਤਰੀਕੇ ਦੇ ਪ੍ਰਸ਼ਨਾਂ ਦਾ ਜਿਹੜਾ ਨਿਰਮਾਣ ਕੀਤਾ ਜਾਂਦਾ ਹੈ ਜਿਨ੍ਹਾਂ ਵਿੱਚ ਵਿਦਿਆਰਥੀਆਂ ਨੂੰ ਕਈ ਉੱਤਰ ਦਿੱਤੇ ਹੁੰਦੇ ਨੇ ਤੇ ਉਹਨਾਂ ਵਿੱਚੋਂ ਸਿਰਫ ਔਰ ਸਿਰਫ ਸਹੀ ਉੱਤਰ ਦੀ ਜਿਹੜੀ ਪਛਾਣ ਕਰਨੀ ਪੈਂਦੀ ਹੈ, ਕਿਉਂਕਿ ਬੱਚੇ ਨੂੰ ਪ੍ਰਸ਼ਨ ਵੀ ਦੇ ਦਿੱਤਾ ਜਾਂਦਾ ਹੈ, ਨਾਲ ਦੀ ਨਾਲ ਜਿਹੜਾ ਉੱਤਰ ਹੈ ਉਹ ਵੀ ਲਿਖ ਦਿੱਤਾ ਜਾਂਦਾ ਹੈ। ਪਰ ਉੱਥੇ ਕੰਡੀਸ਼ਨ ਹੁੰਦੀ ਹੈ ਕਿ ਉਹਨੇ ਉੱਤਰ ਕਈ ਉੱਤਰ ਦਿੱਤੇ ਹੁੰਦੇ ਨੇ, ਇੱਕ ਤੋਂ ਜ਼ਿਆਦਾ ਜਿਹੜੇ ਉੱਤਰ ਨੇ ਉਹ ਦਿੱਤੇ ਹੁੰਦੇ ਨੇ। ਬੱਚੇ ਦੁਆਰਾ ਜਿਹੜਾ ਸਹੀ ਉੱਤਰ ਜਿਹੜਾ ਪਛਾਣਨਾ ਉੱਥੇ ਜ਼ਰੂਰੀ ਹੁੰਦਾ ਗਾ। ਤਾਂ ਇਹਨਾਂ ਨੂੰ ਅੱਗੇ ਜਿਹੜੇ ਪਛਾਣਾਤਮਕ ਪ੍ਰਸ਼ਨ ਨੇ ਅਸੀਂ ਇਹਨਾਂ ਨੂੰ ਅੱਗੇ 5 ਤਰੀਕੇ ਦੇ ਜਿਹੜੇ ਪ੍ਰਸ਼ਨਾਂ ਵਿੱਚ ਡਿਵਾਈਡ ਕਰ ਸਕਦੇ ਹਾਂ ਕਿ 5 ਤਰੀਕੇ ਨਾਲ ਅਸੀਂ ਜਿਹੜੇ ਪਛਾਣਾਤਮਕ ਪ੍ਰਸ਼ਨ ਨੇ ਉਹ ਬੱਚਿਆਂ ਨੂੰ ਦੱਸ ਸਕਦੇ ਹਾਂ। ਤਾਂ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਬਦਲਵਾਂ ਉੱਤਰ ਕਿਸਮ। ਇਹਦਾ ਜਿਹੜਾ ਫਸਟ ਪੁਆਇੰਟ ਹੈਗਾ ਉਹ ਹੈਗਾ ਬਦਲਵਾਂ ਉੱਤਰ ਕਿਸਮ। ਇਹਦੇ ਵਿੱਚ ਕੀ ਹੈਗਾ ਜਿਹੜਾ ਆਨਸਰ ਹੁੰਦਾ ਗਾ ਉਹਨੂੰ ਸਹੀ ਜਾਂ ਗਲਤ ਲਿਖਿਆ ਹੁੰਦਾ। ਇੱਕ ਕੁਐਸਚਨ ਹੈ ਜਿਵੇਂ ਕਿ ਆਪਾਂ ਗੱਲ ਕਰ ਲਈਏ ਕਿ ਜਿਹੜਾ ਵਿਆਕਰਣ ਹੈ ਉਹ ਭਾਸ਼ਾ ਦਾ ਅਭਿੰਨ ਅੰਗ ਨਹੀਂ ਹੈ, ਕਿ ਇਹ ਸਹੀ ਹੈ ਜਾਂ ਗਲਤ ਹੈ। ਇਹਨਾਂ ਪ੍ਰਸ਼ਨਾਂ ਵਿੱਚ ਇਹ ਕਥਨ ਦਿੱਤੇ ਜਾਂਦੇ ਨੇ ਜੋ ਠੀਕ ਵੀ ਹੁੰਦੇ ਨੇ ਔਰ ਜੋ ਗਲਤ ਵੀ ਹੁੰਦੇ ਨੇ। ਤਾਂ ਜਿਹੜਾ ਵਿਦਿਆਰਥੀ ਹੈ ਉਹਨੂੰ ਇਹੀ ਹੀ ਬਸ ਚੋਣ ਕਰਨੀ ਪੈਂਦੀ ਹੈ ਜਾਂ ਇਹੀ ਹੀ ਸਮਝਣਾ ਪੈਂਦਾ ਕਿ ਜੋ ਕਥਨ ਲਿਖਿਆ ਹੋਇਆ, ਜੋ ਸੈਂਟੈਂਸ ਲਿਖਿਆ ਹੋਇਆ ਹੈ ਉਹ ਸਹੀ ਹੈ ਜਾਂ ਫਿਰ ਗਲਤ ਹੈ। ਇਹਦਾ ਮੇਨ ਮਕਸਦ ਹੁੰਦਾ ਗਾ ਵਿਦਿਆਰਥੀਆਂ ਨੂੰ ਇੱਕ ਤਰਕ ਵਿਤਰਕ ਕਰਨ ਤੇ ਕਿ ਜੋ ਸਹੀ ਗਲਤ ਲਿਖਿਆ ਹੋਇਆ ਹੈ ਅਗਰ ਉਹ ਗਲਤ ਲਿਖਿਆ ਜਾਂ ਸਹੀ ਲਿਖਿਆ ਉਹਦੇ ਪਿੱਛੇ ਕੀ ਰੀਜ਼ਨ ਹੈ। ਬੱਚਿਆਂ ਨੂੰ ਜੋ ਵੀ ਉੱਥੇ ਵਿਚਾਰ ਲਿਖੇ ਨੇ ਉਹਨਾਂ ਦਾ ਵਿਸ਼ਲੇਸ਼ਣ ਕਰਨ ਲਈ ਜਿਹੜੀ ਉਹਨਾਂ ਦੀ ਸ਼ਕਤੀ ਹੈ ਉਹਦਾ ਵਿਕਾਸ ਕਰਨਾ। ਹੁਣ ਅਸੀਂ ਉਦਾਹਰਣ ਦੇ ਤੌਰ ਤੇ ਗੱਲ ਕਰਦੇ ਹਾਂ ਕਿ ਕਿਹੜੇ ਟਾਈਪ ਦੇ ਜਿਹੜੇ ਉਹਦੇ ਵਿੱਚ ਕੁਐਸਚਨ ਜਾਂ ਫਿਰ ਕਿਸ ਤਰੀਕੇ ਦੇ ਜਿਹੜੇ ਕਥਨ ਨੇ ਉਹ ਇੱਥੇ ਲਿਖੇ ਹੋਏ ਹੋ ਸਕਦੇ ਨੇ। ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਭਾਸ਼ਾ ਦੀ ਸਿੱਖਿਆ ਵਿੱਚ ਕੋਈ ਕੀਮਤ ਨਹੀਂ। ਇਹਦੇ ਆਪਾਂ ਪਹਿਲੇ ਪ੍ਰਸ਼ਨ ਦੀ ਗੱਲ ਕਰਦੇ ਹਾਂ। ਭਾਸ਼ਾ ਦੀ ਸਿੱਖਿਆ ਵਿੱਚ ਕੋਈ ਕੀਮਤ ਨਹੀਂ। ਸਿੱਖਿਆ ਵਿੱਚ ਕੋਈ ਕੀਮਤ ਨਹੀਂ। ਅੱਗੇ ਦਾ ਆਨਸਰ ਦਿੱਤਾ ਹੋਇਆ ਹੈ ਸਹੀ ਜਾਂ ਗਲਤ, ਕਿ ਜੋ ਇੱਥੇ ਸੈਂਟੈਂਸ ਲਿਖਿਆ ਹੋਇਆ ਹੈ, ਜੋ ਇੱਥੇ ਕਥਨ ਲਿਖਿਆ ਹੋਇਆ ਹੈ ਉਹ ਇਹ ਲਿਖੇ ਗਏ ਅਨੁਸਾਰ ਸਹੀ ਹੈ ਜਾਂ ਗਲਤ। ਮੀਨਸ ਕਿ ਜੋ ਇਹਨਾਂ ਨੇ ਲਿਖਿਆ ਭਾਸ਼ਾ ਦੀ ਸਿੱਖਿਆ ਵਿੱਚ ਕੋਈ ਕੀਮਤ ਨਹੀਂ, ਇਹ ਤੁਹਾਡੇ ਅਕੋਰਡਿੰਗ ਸਹੀ ਹੈ ਜਾਂ ਗਲਤ ਹੈ ਕਿ ਇਸ ਨੂੰ ਸਮਝੋ, ਇਸ ਦਾ ਜਿਹੜਾ ਸਹੀ ਜਵਾਬ ਹੈ ਲਿਖੋ। ਅੱਗੇ ਆਪਾਂ ਗੱਲ ਕਰਦੇ ਹਾਂ ਜਿਹੜਾ ਵਿਆਕਰਣ ਹੈ ਉਹ ਭਾਸ਼ਾ ਦਾ ਪ੍ਰਮੁੱਖ ਅੰਗ ਹੈ। ਵਿਆਕਰਣ ਭਾਸ਼ਾ ਦਾ ਪ੍ਰਮੁੱਖ ਅੰਗ ਹੈ। ਤਾਂ ਇਹਦੇ ਵਿੱਚ ਜਿਹੜਾ ਬਦਲਵਾਂ ਉੱਤਰ ਹੈਗਾ ਉਹ ਦਿੱਤਾ ਜਾਂਦਾ ਹੈ। ਇਸ ਤਰੀਕੇ ਦੇ ਜਿਹੜੇ ਕਥਨ ਹੈ ਉਹ ਲਿਖੇ ਜਾਂਦੇ ਨੇ। ਹੁਣ ਇੱਥੇ ਵੀ ਇਹਦਾ ਆਨਸਰ ਦਿੱਤਾ ਹੋਇਆ ਕਿ ਸਹੀ ਜਾਂ ਗਲਤ ਲਿਖੋ। ਦੇਖੋ ਹੁਣ ਸੋਚਣ ਵਾਲੀ ਗੱਲ ਹੈ ਕਿ ਭਾਸ਼ਾ ਦੀ ਸਿੱਖਿਆ ਵਿੱਚ ਕੋਈ ਕੀਮਤ ਨਹੀਂ। ਇਹਦੇ ਵਾਸਤੇ ਬੱਚੇ ਨੂੰ ਜਿਹੜੇ ਇਹ ਵਿਚਾਰ ਲਿਖਿਆ ਜਾਂ ਸੈਂਟੈਂਸ ਲਿਖਿਆ ਤੇ ਐਨਾਲਾਈਜ਼ ਕਰਨਾ ਪਊਗਾ, ਇਹਨੂੰ ਵਿਸ਼ਲੇਸ਼ਣ ਕਰਨਾ ਪਊਗਾ ਕਿ ਅਗਰ ਭਾਸ਼ਾ ਸਿੱਖਿਆ ਵਿੱਚ ਨਾ ਹੋਵੇ ਕੀ ਅਸੀਂ ਕੋਈ ਸਿੱਖਿਆ ਲੈ ਸਕਦੇ ਹਾਂ। ਕਿਉਂਕਿ ਅਸੀਂ ਸਬਜੈਕਟ ਕੋਈ ਵੀ ਪੜ੍ਹਨਾ ਗਾ ਉਹਨੂੰ ਪੜ੍ਹਨਾ ਭਾਸ਼ਾ ਦੇ ਥਰੂ ਹੀ ਹੈ, ਚਾਹੇ ਉਹਨੂੰ ਹਿੰਦੀ ਵਿੱਚ ਪੜ੍ਹ ਲਓ, ਚਾਹੇ ਉਹਨੂੰ ਇੰਗਲਿਸ਼ ਵਿੱਚ ਪੜ੍ਹ ਲਓ, ਚਾਹੇ ਉਹਨੂੰ ਪੰਜਾਬੀ ਵਿੱਚ ਪੜ੍ਹ ਲਓ। ਤਾਂ ਸਾਨੂੰ ਸਿੱਖਿਆ ਲਈ ਜਿਹੜੀ ਭਾਸ਼ਾ ਦੀ ਉਹ ਜ਼ਰੂਰਤ ਪੈਂਦੀ ਹੈ ਤੇ ਇਹਦਾ ਜਿਹੜਾ ਸਹੀ ਆਨਸਰ ਹੋਊਗਾ ਗਲਤ। ਵੀ ਇਹ ਗਲਤ ਗੱਲ ਹੈ। ਭਾਸ਼ਾ ਦੀ ਸਿੱਖਿਆ ਵਿੱਚ ਹਰ ਹਾਲਤ ਵਿੱਚ ਜਿਹੜੀ ਜ਼ਰੂਰਤ ਹੈ ਹੁੰਦੀ ਹੈ। ਵਿਆਕਰਣ ਭਾਸ਼ਾ ਦਾ ਪ੍ਰਮੁੱਖ ਅੰਗ ਹੈ, ਕਿਉਂਕਿ ਜਦੋਂ ਤੱਕ ਅਸੀਂ ਵਿਆਕਰਣ ਨਹੀਂ ਸਿਖਾਵਾਂਗੇ ਬੱਚੇ ਨੂੰ ਤਾਂ ਉਦੋਂ ਤੱਕ ਹੀ ਆ ਬੱਚੇ ਨੂੰ ਜਿਹੜੀ ਭਾਸ਼ਾ ਉੱਤੇ ਪਕੜ ਨਹੀਂ ਹੋ ਸਕਦੀ। ਤਾਂ ਇਹਦਾ ਉੱਤਰ ਕੀ ਸਹੀ ਹੈ ਕਿ ਹਾਂਜੀ ਜਿਹੜੀ ਵਿਆਕਰਣ ਆ ਉਹ ਭਾਸ਼ਾ ਦਾ
प्रमुख अंग है। तो इस प्रकार जो बदलवा उत्तर किस्म वो सेंटेंस दिते रहने और सही और गलत की जी बच्चों ने वो पछाण करनी होगी। अगे आप गल करते हाँ बहु गिणती चोण विधि। सैकेंड है जी बहु गिणती चोण विधि। ਇਹਦੇ ਵਿੱਚ ਕੀ ਆ ਕਿ ਜਿਹੜੇ ਇੱਕ ਤੋਂ ਵੱਧ ਜਿਹੜੇ ਆਨਸਰ ਆ ਉਹ ਕੁਐਸਚਨ ਤੇ ਦਿੱਤੇ ਰਹਿੰਦੇ ਨੇ। ਬਹੁਤ ਜਿਹੜੇ ਆਨਸਰਾਂ ਵਿੱਚੋਂ ਇਹਦੇ ਇੱਕ ਆਪਾਂ ਨੂੰ ਸਹੀ ਜਿਹੜਾ ਆਨਸਰ ਆ ਉਹ ਚੂਜ਼ ਕਰਨਾ ਪਊਗਾ। ਇਹਨਾਂ ਵਿੱਚ ਕਈ ਜਿਹੜੇ ਉੱਤਰ ਨੇ 21 ਕੁਐਸਚਨ ਦੇ ਉੱਤਰ ਦਿੱਤੇ ਰਹਿੰਦੇ ਨੇ, ਆਪਸ਼ਨ ਦਿੱਤੇ ਰਹਿੰਦੇ ਨੇ। ਉਸ ਜਿਹੜਾ ਉੱਤਰ ਹੈ ਉਹਦੀ ਜਿਹੜੀ ਪਛਾਣ ਕਰਦੇ ਆ। ਤਾਂ ਉਦਾਹਰਣ ਦੇ ਤੌਰ ਤੇ ਜੇਕਰ ਆਪਾਂ ਗੱਲ ਕਰੀਏ, ਜਿਵੇਂ ਆਪਾਂ ਇੱਥੇ ਇੱਕ ਕੁਐਸਚਨ ਉਦਾਹਰਣ ਦੇ ਤੌਰ ਤੇ ਇੱਕ ਕੁਐਸਚਨ ਲੈਂਦੇ ਹਾਂ, एक आप वाक लिखते हाँ वो आप देखते हाँ कि वह की आ जिमें राम बहुत सियाणा मुंडा है। इस कथन विच जिहड़ा राम शब्द है, राम व्याकरण अनुसार की है। आप ऑप्शन देते अगे नाम, पड़नाम, विशेषण या फिर क्रिया विशेषण। तो ये सानू सही आंसर चुनना होगा कि जेड़ा राम है, राम बहुत सियाणा मुंडा है। तो ये जेड़ा राम शब्द है वो व्याकरण अनुसार की है, नाम है, पड़नाम है, विशेषण है, क्रिया विशेषण है। तो इनू जेड़ा आंसर पहला आंसर है जो उड़िया है वो ये टिक करने की जरूरत होंगी है। तो ये जोड़े बहुत आंसर जो एक आंसर है वो छटना होंगे है कि जोड़ा है नाम है। फिर अगे आप गल करते हाँ मिलानात्मक या फिर तुलनात्मक। मिलानात्मक ਜਿਹੜੇ मिलानात्मक प्रश्न होंगे ने, मिलानात्मक प्रश्न दे की होंगे आ कि तुहानू दो साइड्स दिते जाते हैं, दो ਜਿਹੜੇ मद है वो लिख के दिते जाते हैं। ਇਹਦੇ ਵਿੱਚ ਤੁਸੀਂ ਉਹਨਾਂ ਦਾ ਸਹੀ ਮਿਲਾਨ ਕਰਨਾ ਹੁੰਦਾਗਾ ਕਿ ਇੱਕ ਜਿਹੜਾ ਤੁਹਾਨੂੰ ਕਾਲਮ A ਦਿੱਤਾ, ਇੱਕ ਕਾਲਮ B ਦਿੱਤਾ ਹੈ, ਤਾਂ ਜਿਹੜਾ A ਕਾਲਮ ਦਾ B ਕਾਲਮ ਨਾਲ ਜਿਹੜੇ ਉਹਦੇ ਵਿੱਚ ਤੁਹਾਨੂੰ ਸ਼ਬਦ ਦਿੱਤੇ ਹੋਏ ਨੇ ਜਾਂ ਸੈਂਟੈਂਸ ਦਿੱਤੇ ਹੋਏ ਨੇ ਉਹਨਾਂ ਦਾ ਜਿਹੜਾ B ਕਾਲਮ ਨਾਲ ਉਹ ਸਹੀ ਤਰੀਕੇ ਨਾਲ ਜਿਹੜਾ ਮਿਲਾਨ ਆ ਉਹ ਕਰਨਾ ਹੁੰਦਾ ਹੈ। ਇਹਨਾਂ ਪ੍ਰਸ਼ਨਾਂ ਨੂੰ ਦੋ ਕਾਲਮ ਵਿੱਚ ਵੰਡਿਆ ਜਾਂਦਾ ਹੈ। ਹਰੇਕ ਕਾਲਮ ਦੀ ਇੱਕ ਮੱਧ ਦਾ ਜਿਹੜਾ ਮਿਲਾਨ ਹੈ दूसरे कॉलम की सही मद नाल किया जाता है। उदाहरण के तौर पर आप जे गल करिए दो सूचियां जिहड़ियां तैयार कीतियां गईयां ने, जिवें आप गल करते हाँ कि इहदा जिहड़ा हैगा कॉलम ऊड़ा, आ हैगा अपना कॉलम एड़ा। तो इहदे विच पूछे कि जिहड़े शब्द ने वो दिते गए ने लाल, लाली और आप इत्थे लिखते हैं सीता। ठीक है, ये है ने जिहड़ा अपना फर्स्ट कॉलम है कॉलम मूड़ा, इहदे विच शब्द लिखे गए ने और सेम ही तरीके नाल जिहड़े तीन शब्द ने वो दूजे पासे लिखे जाणगे ते अगे फिर इहदा जिहड़ा उचित मिलाना वो कीता जाऊगा। भाववाचक नाम, सैकेंड पे है अपना कला नाम, फिर आप लिखते हैं विशेषण। हुण अपना जिहड़ा कॉलम फर्स्ट कॉलम है और जिहड़ा अपना सैकेंड कॉलम है इहदे विच जिहड़े भी इहदे विच आपां नूं शब्द लिखे गए हैं सानूं इहदा मिलान करना कि जिहड़ा फर्स्ट कॉलम का फर्स्ट वर्ड हैगा, फर्स्ट शब्द हैगा वो किहड़े शब्द नाल जिहड़ी ओहदी उचित ओहदा जिहड़ा मिलान बनदा हैगा। जिवें आपां अगर गल करिए लाल, तो लाल है जिहड़ा लाल रंग है एक वो विशेषता प्रगट करता, किसी भी चीज़ की जिहड़ी वो विशेषता बारे दसदा है। तो इस करके की है जिहड़ा लाल शब्द नूं अर्थां मैचिंग जिहड़ी इहदे नाल कीती जाऊगी
विशेषण, विशेषण नाल कि यह किसी चीज़ की विशेषता जिहड़ा प्रगट करता है। फिर अगे आपां गल करते हाँ लाली। लाली मतलब एक तरीके का है भाव प्रगट करता, ठीक है। लाली मतलब उत्थे वो भाव प्रगट कर रहा है। तीसरा आपां गल करते हाँ सीता। सीता का मतलब की वो एक नाम है, तो जिहड़ा इहदा मिलान है कुछ इस तरीके नाल जिहड़े इहदे आंसर आ वो दिते जाणगे, जिहड़े मिलानात्मक जां तुलनात्मक जिहड़े क्वेश्चन हुंदे हन, इस तरीके के जिहड़े क्वेश्चन आ वो पछाणात्मक, मतलब ਇਹਦੇ ਵਿੱਚ ਮੇਨ ਮਕਸਦ ਕੀ ਆ ਕਿ ਬੱਚਿਆਂ ਦੀ ਇੰਨੀ ਐਬਿਲਿਟੀ ਚੈੱਕ ਕਰਨਾ ਕਿ ਉਹ ਸਹੀ ਜਿਹੜਾ ਉੱਤਰ ਹੈ ਉਹ ਚੁਣ ਸਕਦੇ ਨੇ, ਸਹੀ ਜਿਹੜਾ ਉੱਤਰ ਉਹਦੀ ਪਛਾਣ ਕਰ ਸਕਦੇ ਨੇ, ਉਹਨਾਂ ਨੂੰ ਕੋਈ ਪ੍ਰੋਬਲਮ ਤਾਂ ਨਹੀਂ ਹੋ ਰਹੀ ਉਸ ਚੀਜ਼ ਦੀ। ਤਾਂ ਇਸ ਤਰੀਕੇ ਨਾਲ ਜਿਹੜੇ ਇਸ ਤਰੀਕੇ ਦੇ ਜਿਹੜੇ ਪ੍ਰਸ਼ਨ ਆ ਉਹ ਇਹਦੇ ਵਿੱਚ ਪਛਾਣਾਤਮਕ ਜਿਹੜੇ ਪ੍ਰਸ਼ਨਾਂ ਦੀਆਂ ਕਿਸਮਾਂ ਉਹਦੇ ਵਿੱਚ ਗੱਲ ਕੀਤੀ ਜਾਂਦੀ, ਉਹਦੇ ਵਿੱਚ ਇਹੋ ਜਿਹੇ ਪ੍ਰਸ਼ਨ ਲਿਖੇ ਜਾਂਦੇ ਨੇ। ਫਸਟ ਜਿਹੜਾ ਹੈਗਾ ਬਦਲਵਾਂ ਉੱਤਰ ਕਿਸਮ, मतलब सेंटेंस ਨੂੰ ਫੇਰ ਬਦਲ ਕੇ ਲਿਖ ਦੇਣਾ, सही चीज़ उल्टा पलटा करके लिख देना कि उसमें समझ आ रही है। कुछ कथन ये सही भी दिते जाएंगे, कुछ जोड़े रूप है वो बदला के लिखे जाएंगे, जो सेंस है वो बदला के जो मीनिंग वो बदला के लिखे जाएंगे। उही पहचान करते हैं। बहुत गिनती चोण विच एको ही जो क्वेश्चन है वो 3-4 आंसर दिते जाएंगे, वो 3-4 विचों कि एक सही जो ऑप्शन है वो चोण करनी होगी। तीसरा जो मिलानात्मक है या फिर तुलनात्मक, ਉਹਦੇ ਵਿੱਚ ਕੀ ਆ ਜਿਹੜੇ ਆਨਸਰ ਇੱਕ ਸ਼ਬਦ ਦਾ ਜਿਹੜਾ ਇੱਕ ਸਹੀ ਆਨਸਰ ਹੋਊਗਾ, ਬਟ ਕੀ ਹੋਊਗਾ ਉਹ ਅੱਗੇ ਪਿੱਛੇ ਦਿੱਤਾ ਹੋਊਗਾ। ਦੋ ਕਾਲਮ ਬਣਾ ਕੇ ਇੱਕ ਸਾਈਡ ਤੇ ਕਾਲਮ A, ਜਿਵੇਂ ਕਾਲਮ ਜਿਹੜਾ ਸੈਕਿੰਡ ਹੈਗਾ ਉਹਦੇ ਵਿੱਚ ਅਸੀਂ ਕਾਲਮ A ਦੇ ਜਿੰਨੇ ਵੀ ਮੱਧ ਨੇ ਤੇ ਜਿੰਨੇ ਕਾਲਮ B ਵਿੱਚ ਦਿੱਤੇ ਹੋਏ ਨੇ ਉਹਦਾ ਜਿਹੜਾ ਸਹੀ ਉਹਨਾਂ ਦਾ ਆਪਸ ਵਿੱਚ ਰਿਲੇਸ਼ਨ ਹੈ ਜਾਂ ਸਹੀ ਉਹਨਾਂ ਦਾ ਆਨਸਰ ਆ ਉਹਦੇ ਨਾਲ ਜਿਹੜਾ ਉਹਨਾਂ ਦਾ ਮਿਲਾਨ ਕਰਨਾ ਹੋਊਗਾ। तो अपने 3 हो गए। आप हम अगे चौथे नंबर की गल करते हैं कि जो चौथे नंबर के क्वेश्चन ने वो किस तरीके के जोड़े क्वेश्चन ने वो हो सकते हैं। साडे पछाणात्मक की गल चल रही है कि वो किहो जे क्वेश्चन होंगे जोड़े विद्यार्थियों को पछाण के लिखने पैणगे। जोड़ा साडा चौथे नंबर का टाइप है वो हैगा वर्गीकरण रूप। जोड़ा साडा 4th ते है वो हैगा वर्गीकरण रूप। देखो वर्गीकरण रूप में की हुंदा गा, इन्हां जिहड़े प्रश्नां दे अंतर्गत कुछ इहो जिहे शब्द समूह विद्यार्थी के सामने रख दिते जांदे ने, जिहदे विचों कि एक सानूं अलग दा जिहड़ा शब्द हुंदा वो छांटना पैंदा है। मतलब अगर इत्थे 4 लगातार शब्द लिखे हुए ने जां 4 सेंटेंस लिखे हुए ने तां किहड़ा उन्हां विचों आ रिहा, किहड़ा मतलब उन्हां विचों बिल्कुल अलग है, ਉਹਦਾ ਜਿਹੜਾ वर्गीकरण है वो करना पऊगा। वो ਜਿਹੜਾ छांटना हैगा ਉਹਦੀ ਜਿਹੜੀ छांटी है वो करना पऊगा। अगर इत्थे 4 शब्द लिखे हैं तो 3 शब्द ਜਿਹੜੇ ਇੱਕੋ ਹੀ मेल खाते हैं ਜਾਂ फिर 3 शब्द ने ਜਿਹੜੇ ਉਹ सेम चीज़ ਲਈ ਵਰਤੇ ਜਾ ਰਹੇ ਨੇ, सेम जगह ਲਈ ਵਰਤੇ ਜਾ ਰਹੇ ਨੇ ਜਾਂ पर्सन ਲਈ ਵਰਤੇ ਜਾ ਰਹੇ ਨੇ, ਤਾਂ ਕਿਹੜਾ ਇੱਕ ਸ਼ਬਦ ਹੈ ਜਿਹੜਾ ਬਿਲਕੁਲ ਅਲੱਗ ਹੈ। ਤਾਂ ਇਸ ਵਿੱਚ ਜਿਹੜੇ ਇਹੋ ਜਿਹੇ ਸ਼ਬਦ ਸਮੂਹ ਰੱਖੇ ਜਾਂਦੇ ਨੇ ਜਿਹਦੇ ਵਿੱਚ ਇੱਕ ਅਲੱਗ ਤੋਂ ਜਿਹੜਾ ਸ਼ਬਦ ਹੈ ਜਾਂ ਅਲੱਗ ਤੋਂ ਜਿਹੜੇ ਸਮੂਹ ਨਾਲ ਰਿਲੇਟਡ ਹੁੰਦਾ ਗਾ, ਤਾਂ ਇਹਦੇ ਵਿੱਚ ਜਿਹੜੇ ਵਿਦਿਆਰਥੀਆਂ ਨੂੰ ਉਹਦੀ ਚੋਣ ਕਰਕੇ ਰੇਖਾਂਕਿਤ ਕਰਨਾ ਹੁੰਦਾ ਜਾਂ ਫਿਰ ਉਹਨੂੰ ਆਪਾਂ ਕਹਿ ਦਈਏ ਕਿ ਉਸੇ ਚੀਜ਼ ਨੂੰ ਜਿਹੜਾ ਉਹਨਾਂ ਨੇ ਸਰਕਲ ਕਰਨਾ ਹੁੰਦਾ ਗਾ। ਜੇਕਰ ਆਪਾਂ ਉਦਾਹਰਣ ਦੇ ਤੌਰ ਤੇ ਗੱਲ ਕਰੀਏ, ਆਪਾਂ ਗੱਲ ਕਰਦੇ ਇੱਕ क्वेश्चन लेने आप इतने भाषा लेने, ठीक है। आप भाषा की गल करते हैं हिंदी, हिंदी, माझी, दुआबी, मलवई। आप इत्थे लिखती भाषा बारे आप इत्थे लिखिया गा, तो मतलब ये जिहड़ी हिंदी, माझी, दुआबी और मलवई चारे आप भाषा की गल कीती है। हिंदी भी एक भाषा हैगी आ, माझी भी भाषा हैगी आ, बोली हैगी आ, दुआबी भी हैगी आ, मलवई भी हैगी आ। इत्थे आपां ने एक और देखनी है, आपां इत्थे शब्द समूहां तो अलग दा शब्द देखना। देखो हुण जिहड़ी मलवई भाषा हैगी आ ये भी की आ पंजाबी नाल रिलेट करदी आ, पंजाबी भाषा दे अंदर आउंदी आ। जिहड़ी दुआबी है वो भी की आ पंजाबी भाषा दे ग्रुप च आउंदी आ। जिहड़ी माझी हैगी आ वो भी जिहड़ी पंजाबी भाषा दे ग्रुप च आउंदी आ। जिहड़ी हिंदी आ ये की है इन्हां तिन्नां तो एक अलग समूह च आउंदी आ, एक हिंदी च आउंदी है ये भी भाषा, पर इहदा जिहड़ा समूह आ, जिहड़ा इहदा रिलेशन है वो अलग है। आ तिन्नां दा जिहड़ा रिलेशन आ वो
ਰਿਲੇਸ਼ਨ ਹੈਗਾ ਪੰਜਾਬੀ ਨਾਲ, ਇਹ ਪੰਜਾਬੀ ਚੋਂ ਨਿਕਲ ਕੇ ਆਈਆਂ ਨੇ ਅੱਗੇ। ਪੰਜਾਬੀ ਇਹ ਉਪਭਾਸ਼ਾ ਨੇ, ਪੰਜਾਬੀ ਦੀਆਂ ਉਪਭਾਸ਼ਾ ਨੇ ਇਹ ਪੰਜਾਬੀ ਭਾਸ਼ਾ ਦੀਆਂ, ਪਰ ਜਿਹੜੀ ਹਿੰਦੀ ਆ ਉਹ ਆਪਣੀ ਇੱਕ ਭਾਸ਼ਾ ਹੈਗੀ ਆ। ਤਾਂ ਜਿਹੜਾ ਇਹਦੇ ਵਿੱਚ ਔੜਵਨ ਹੋਊਗਾ ਜਾਂ ਇਹਦੇ ਵਿੱਚ ਅਲੱਗ ਤੋਂ ਸ਼ਬਦ ਸਮੂਹ ਹੋਊਗਾ ਉਹ ਹੋਊਗਾ ਹਿੰਦੀ। ਤਾਂ ਵਿਦਿਆਰਥੀਆਂ ਨੇ ਇਹਦੇ ਵਿੱਚ ਇਹੀ ਪਛਾਣ ਕਰਨੀ ਹੈ ਕਿ ਤੁਸੀਂ ਜਿਹੜੇ ਸ਼ਬਦ ਸਮੂਹ ਨੇ ਉਹ ਕਿਹੜਾ ਕਿ ਜਿਹੜਾ ਸ਼ਬਦ ਉਸ ਸਮੂਹ ਚੋਂ ਅਲੱਗ ਤੋਂ ਹੈ, ਉਹਨਾਂ ਨਾਲ ਜਿਹੜਾ ਰਿਲੇਸ਼ਨ ਆ ਉਹ ਨਹੀਂ ਬਣਦਾ। ਹੁਣ ਆਪਾਂ ਜਿਵੇਂ ਅੱਗੇ ਗੱਲ ਕਰਦੇ ਹਾਂ ਮੋਗਾ, ਜਲੰਧਰ, ਕੇਲਾ, ਬਿਆਸ, ਠੀਕ ਹੈ। ਹੁਣ ਇਹਦੇ ਵਿੱਚੋਂ ਆਪਾਂ ਦੇਖਣਾ ਕਿ ਕਿਹੜਾ ਜਿਹੜਾ ਸ਼ਬਦ ਹੈ ਉਹ ਇਸ ਸਮੂਹ ਨਾਲ ਇੱਕ ਵੱਖਰਾ ਹੈ, ਜਿਹੜੇ ਇਹਦੇ ਵਿੱਚ ਸ਼ਬਦ ਦਿੱਤੇ ਨੇ ਉਹ ਸਮੂਹ ਨਾਲ ਬਿਲੋਂਗ ਨਹੀਂ ਕਰਦਾ ਤੇ ਉਹਦੇ ਨਾਲ ਉਹਦਾ ਕੋਈ ਰਿਲੇਸ਼ਨ ਨਹੀਂ। ਦੇਖੋ ਮੋਗਾ ਇਹ ਇੱਕ ਜਗ੍ਹਾ ਦਾ ਨਾਮ ਆ ਗਿਆ, ਜਲੰਧਰ ਇਹ ਵੀ ਇੱਕ ਜਗ੍ਹਾ ਦਾ ਨਾਮ ਆ ਗਿਆ। ਹੁਣ ਕੇਲਾ, ਕੇਲਾ ਇੱਕ ਫਰੂਟ ਦਾ ਨਾਮ ਆ ਗਿਆ। ਬਿਆਸ, ਬਿਆਸ ਵੀ ਜਗ੍ਹਾ ਦਾ ਨਾਮ ਆ ਗਿਆ। ਦੇਖੋ ਹੁਣ ਆ ਤਿੰਨੇ ਚੀਜ਼ਾਂ ਨੇ ਜਿਹੜੀਆਂ ਇਹ ਕਿਸੇ ਪਲੇਸ ਨੂੰ ਰਿਪਰੈਜ਼ੈਂਟ ਕਰ ਰਹੀਆਂ ਨੇ, ਕਿਸੇ ਜਿਹੜੀ ਜਗ੍ਹਾ ਨੂੰ ਇਹ ਜਿਹੜੀਆਂ ਨੇ ਉਹ ਪ੍ਰਸਤੁਤ ਕਰ ਰਹੀਆਂ ਨੇ। ਪਰ ਜਿਹੜਾ ਇੱਕ ਸ਼ਬਦ ਵਿੱਚ ਆ ਗਿਆ ਇਹ ਕੀ ਕਰ ਰਿਹਾ ਹੈਗਾ, ਇਹ ਇੱਕ ਫਰੂਟ ਨੂੰ ਰਿਪਰੈਜ਼ੈਂਟ ਕਰ ਰਿਹਾ ਹੈਗਾ, ਜਿਹੜਾ ਕਿ ਇਸ ਸ਼ਬਦ ਸਮੂਹ ਤੋਂ ਇਹ ਸ਼ਬਦਾਂ ਤੋਂ ਜਿਹੜਾ ਇਹ ਬਿਲਕੁਲ ਇੱਕ ਵੱਖਰਾ ਹੈਗਾ, ਇਹਨਾਂ ਨਾਲ ਇਹਦਾ ਕੋਈ ਮੇਲ ਨਹੀਂ ਹੈ। ਤਾਂ ਇਸ ਕਰਕੇ ਜਿਹੜਾ ਇਹ ਇੱਕ ਹੈਗਾ ਗਾ ਇਹਨੂੰ ਵਰਗੀਕਰਨ ਕਰ ਸਕਦੇ ਹਾਂ ਆਪਾਂ, ਇਹਨੂੰ ਇੱਕ ਅੰਡਰਲਾਈਨ ਕਰ ਸਕਦੇ ਹਾਂ ਜਾਂ ਫਿਰ ਇਹਨੂੰ ਆਪਾਂ ਸਰਕਲ ਕਰ ਸਕਦੇ ਹਾਂ ਕਿ ਇਹ ਜਿਹੜਾ ਹੈਗਾ ਇਹ ਬਾਕੀ ਤਿੰਨ ਨਾਲੋਂ ਇਹ ਅਲੱਗ ਤੋਂ ਹੈਗਾ ਗਾ। ਤਾਂ ਇਹ ਸਾਡਾ ਜਿਹੜਾ ਵਰਗੀਕਰਨ ਹੈਗਾ ਇਹਦੇ ਵਿੱਚ ਕਈ ਜਿਹੜੇ ਸ਼ਬਦਾਂ ਤੋਂ ਇੱਕ ਜਿਹੜਾ ਅਲੱਗ ਤੋਂ ਹੁੰਦਾ, ਸਮੂਹ ਨਾਲ ਸੰਬੰਧ ਰੱਖਦਾ ਹੁੰਦਾ ਉਹਦੀ ਜਿਹੜੀ ਛਾਂਟੀ ਆ ਉਹ ਕਰਨੀ ਹੁੰਦੀ ਆ। ਅੱਗੇ ਆਪਾਂ ਗੱਲ ਕਰਦੇ ਹਾਂ ਇੱਥੇ ਸਮਰੂਪਤਾ ਰੂਪ, ਜਿਹੜਾ ਪੰਜਵਾਂ ਇਹਦਾ ਹੈਗਾ ਗਾ ਉਹ ਹੈਗਾ ਗਾ ਸਮਰੂਪਤਾ ਰੂਪ। ਸਮਰੂਪਤਾ ਰੂਪ ਵਿੱਚ ਕੀ ਕਰਨਾ ਹੁੰਦਾ ਗਾ, ਇਹਦੇ ਵਿੱਚ ਜਿਹੜੇ ਇੱਕ ਸ਼ਬਦ ਸਮੂਹ ਹੈਗਾ ਗਾ, ਇੱਕ ਜਿਹੜਾ ਸ਼ਬਦ ਸਮੂਹ ਦਿੱਤਾ ਰਹਿੰਦਾ ਗਾ ਉਸੇ ਸ਼ਬਦ ਸਮੂਹ ਨੂੰ ਫੋਲੋ ਕਰਕੇ ਜਿਹੜਾ ਅਗਲਾ ਸਮੂਹ ਆ ਉਹ ਕੰਪਲੀਟ ਕਰਨਾ ਹੁੰਦਾ ਹੈ। ਇਹਨਾਂ ਪ੍ਰਸ਼ਨਾਂ ਵਿੱਚ ਦੋ ਜਿਹੜੀਆਂ ਸਮਾਨ ਪਰਿਸਥਿਤੀਆਂ ਨੂੰ ਪ੍ਰਸਤੁਤ ਕੀਤਾ ਜਾਂਦਾ ਹੈ। ਪਹਿਲੀ ਪਰਿਸਥਿਤੀ ਦੇ ਅਕੋਰਡਿੰਗ ਜਿਹੜੀ ਦੂਸਰੀ ਪਰਿਸਥਿਤੀ ਨੂੰ ਪੂਰਾ ਕਰਨੀ ਹੁੰਦੀ ਹੈ। ਪਹਿਲੀ ਪਰਿਸਥਿਤੀ ਪੂਰਨ ਹੁੰਦੀ ਹੈ, ਦੂਸਰੀ ਅਧੂਰੀ ਹੁੰਦੀ ਹੈ। ਉਸੇ ਨੂੰ ਜਿਹੜਾ ਪੂਰਨ ਕਰਨਾ ਹੁੰਦਾ ਹੈ ਉਹਦੇ ਵਿੱਚ ਸਮਾਨ ਸੰਬੰਧ ਸਥਾਪਿਤ ਕਰਨੇ ਹੁੰਦੇ ਨੇ। ਜਿਵੇਂ ਆਪਾਂ ਐਗਜ਼ਾਮਪਲ ਦੇ ਤੌਰ ਤੇ ਗੱਲ ਕਰੀਏ ਕਿ ਜਿਹੜਾ ਇੱਥੇ ਇੱਕ ਕੁਐਸਚਨ ਦਿੱਤਾ ਹੈਗਾ ਸੁੱਖ ਦੁੱਖ, ਸੁੱਖ ਦੁੱਖ, ਦਿਨ ਰਾਤ, ਸੁੱਖ ਦੁੱਖ ਦਿਨ ਰਾਤ ਇਹ ਚੀਜ਼ ਦਿੱਤੀ ਹੋਈ ਹੈ। ਅੱਗੇ ਦੇਖੋ ਆਪਾਂ ਗੱਲ ਕਰਦੇ ਹਾਂ ਕਿ ਜਿਵੇਂ ਇੱਥੇ ਲਿਖਿਆ ਹੋਇਆਗਾ ਚਾਨਣ, ਤੇ ਇਹਨੂੰ ਕੰਪਲੀਟ ਕਰਨਾ ਗਾ ਅੱਗੇ, ਠੀਕ ਹੈ। ਤਾਂ ਚਾਨਣ ਦਾ ਜਿਹੜਾ ਕੀ ਹੋ ਜਾਊਗਾ ਹਨੇਰਾ, ਹਨਾ, ਹਨੇਰਾ ਜਾਂ ਚੰਨ ਸੂਰਜ ਜਾਂ ਰਾਤ ਦਿਨ, ਹਨਾ। ਇਸ ਤਰੀਕੇ ਨਾਲ ਜਿਹੜਾ ਆਪਾਂ ਕਰਦੇ ਆ ਇਹਦੀ ਸਮਰੂਪਤਾ ਜਿਹੜੀ ਉਹ ਸਥਾਪਿਤ ਕਰ ਦਿੰਦੇ ਆ ਕਿ ਇੱਕੋ ਜਿਹੇ ਜਿਹੜੇ ਸ਼ਬਦ ਨੇ ਜਿਹੜੇ ਇੱਕ ਦੂਸਰੇ ਦੇ ਪੂਰਕ ਹੁੰਦੇ ਨੇ ਉਹਨਾਂ ਚੀਜ਼ਾਂ ਨੂੰ ਜਿਹੜੀ ਆਪਾਂ ਇੱਥੇ ਪੂਰਨ ਜਿਹੜੀ ਪਰਿਸਥਿਤੀ ਉਹਨੂੰ ਪੂਰਾ ਕਰਦੇ ਆ। ਤੇ ਆਪਣੀ ਇਹ ਤਾਂ ਸੀਗੀ ਗੱਲ ਜਿਹੜੀ ਪਛਾਣਾਤਮਕ ਇਹਦੇ ਪੰਜ ਤਰੀਕੇ ਦੀ ਗੱਲ ਹੋ ਗਈ। ਜਿਹੜਾ ਸੈਕਿੰਡ ਹੈਗਾ ਸਾਡਾ ਪੁਨਰ ਸਿਮਰਤੀ ਕਿਸਮ, ਜਿਹੜਾ ਆਪਣੇ ਸੈਕਿੰਡ ਨੰਬਰ ਤੇ ਆਉਂਦਾ ਪੁਨਰ ਸਿਮਰਤੀ, ਜਿਹੜੇ ਪ੍ਰਸ਼ਨ ਹੁੰਦੇ ਹਨ ਪੁਨਰ ਸਿਮਰਤੀ ਦੀ ਗੱਲ ਕਰਦੇ ਆ ਕਿ ਪੁਨਰ ਸਿਮਰਤੀ ਜਿਹੜੇ ਉਹ ਕਿਸ ਤਰੀਕੇ ਦੇ ਹੁੰਦੇ ਨੇ। ਇਹਨਾਂ ਨੂੰ ਅਸੀਂ ਦੋ ਕੈਟੇਗਰੀਜ਼ ਵੰਡ ਸਕਦੇ ਹਾਂ। ਆਪਾਂ ਪਹਿਲੀ ਕੈਟੇਗਰੀ ਦੀ ਗੱਲ ਕਰਦੇ ਹਾਂ ਸਰਲ ਪੁਨਰ ਸਮਾਨ ਪ੍ਰਸ਼ਨ। ਸਾਡੀ ਫਸਟ ਜਿਹੜੀ ਹੈਗੀ ਹੈ ਸਰਲ ਪੁਨਰ ਸਮਾਨ ਪ੍ਰਸ਼ਨ। देखो पुनर स्मृति का की मतलब है किसी चीज को याद करके लिखना। ਇਹਦੇ ਵਿੱਚ ਜਿਹੜੇ ਪ੍ਰਸ਼ਨ ਪੁੱਛੇ ਜਾਂਦੇ ਨੇ ਜਾਂ ਤਾਂ ਅਧੂਰੇ ਕਥਨ ਦਿੱਤੇ ਜਾਂਦੇ ਨੇ ਜਾਂ ਫਿਰ ਇੱਕ ਡਾਇਰੈਕਟਲੀ ਕੁਐਸਚਨ ਪੁੱਛੇ ਜਾਂਦੇ ਨੇ। ਵਿਦਿਆਰਥੀ ਨੇ ਉਹਦਾ ਜਿਹੜਾ ਆਨਸਰ ਆ ਉਹ ਆਪਣੇ ਵੱਲੋਂ ਲਿਖਣਾ ਹੁੰਦਾ ਹੈ। ਵਿਦਿਆਰਥੀ ਆਪਣੀ ਯਾਦ ਸ਼ਕਤੀ ਦੇ ਆਧਾਰ ਤੇ ਆਪਣੇ ਪਾਸਟ ਵਿੱਚ ਜਾਂ ਆਪਣੇ ਭੂਤਕਾਲ ਦੇ ਵਿੱਚ ਜੋ ਵੀ ਉਹਨਾਂ ਨੇ ਪੜ੍ਹਿਆ ਉਹਨਾਂ ਚੀਜ਼ਾਂ ਬਾਰੇ ਯਾਦ ਕਰਦੇ ਨੇ। ਫਿਰ ਉਹਨਾਂ ਚੀਜ਼ਾਂ ਨੂੰ ਯਾਦ ਕਰਕੇ ਜਿਹੜਾ ਇਹ ਆਨਸਰ ਆ ਉਹ ਵਿਦਿਆਰਥੀਆਂ ਵੱਲੋਂ ਦਿੱਤਾ ਜਾਂਦਾ ਹੈ। ਇਹਦੀ ਆਪਾਂ ਗੱਲ ਕਰਦੇ ਹਾਂ ਸਰਲ ਪੁਨਰ ਸਮਾਨ ਪ੍ਰਸ਼ਨ ਦੀ ਜਿਹੜੀ ਹੈਗੀ ਆ। ਇਹਨਾਂ ਵਿੱਚ ਵਿਦਿਆਰਥੀ ਆਪਣੇ ਭੂਤਕਾਲ ਦੇ ਅਨੁਭਵਾਂ ਨੂੰ ਯਾਦ ਕਰਕੇ ਉਹਨਾਂ ਨੇ ਕੀ ਪੜ੍ਹਿਆ ਤਾਂ ਉਹ ਕੁਐਸਚਨਸ ਦੇ ਜਿਹੜੇ ਆਨਸਰ ਨੇ ਉਹ ਵਿਦਿਆਰਥੀਆਂ ਵੱਲੋਂ ਦਿੱਤੇ ਜਾਂਦੇ ਨੇ। ਇਸ ਪ੍ਰਕਾਰ ਦੀਆਂ ਜਿਹੜੀਆਂ ਪ੍ਰਸ਼ਨ ਨੇ ਪ੍ਰੀਖਿਆ ਵਿੱਚ ਇਹਨਾਂ ਦੇ
ਜਿਹੜੇ ਉੱਤਰ ਹੁੰਦੇ ਨੇ ਜ਼ਿਆਦਾਤਰ ਉਹਨਾਂ ਨੂੰ 2 ਸ਼ਬਦਾਂ ਵਿੱਚ, ਇੱਕ ਸ਼ਬਦ ਵਿੱਚ ਜਾਂ ਫਿਰ ਇੱਕ ਸੈਂਟੈਂਸ ਵਿੱਚ ਪੂਰਾ ਕਰਨਾ ਹੁੰਦਾ। ਬਹੁਤੇ ਜਿਹੜੇ ਲੰਬੇ ਚੌੜੇ ਆਨਸਰ ਨੇ ਉਹ ਵਿਦਿਆਰਥੀਆਂ ਵੱਲੋਂ ਨਹੀਂ ਲਿਖੇ ਜਾਂਦੇ। ਆਪਾਂ ਅਗਰ ਉਦਾਹਰਣ ਦੇ ਤੌਰ ਤੇ ਗੱਲ ਕਰੀਏ ਤਾਂ ਕਿਹੋ ਜਿਹੇ ਜਿਹੜੇ ਪ੍ਰਸ਼ਨ ਇਹਦੇ ਵਿੱਚ ਪੁੱਛੇ ਜਾ ਸਕਦੇ ਨੇ। ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ, ਜਿਵੇਂ ਆਪਣਾ ਫਸਟ ਪ੍ਰਸ਼ਨ ਲੈਂਦੇ ਹਾਂ ਕਿ ਗੁਰੂ ਨਾਨਕ ਦੇਵ ਜੀ ਦਾ ਜਨਮ ਕਦੋਂ ਹੋਇਆ। ਤਾਂ ਇਹਦੇ ਵਿੱਚ ਜਿਹੜਾ ਵਿਦਿਆਰਥੀਆਂ ਨੇ ਇੱਕੋ ਹੀ ਆਨਸਰ ਦੇਣਾਗਾ ਕਿ 1469 ਈਸਵੀ ਵਿੱਚ। ਤਾਂ ਇਹਦਾ ਇੱਕ ਸ਼ਬਦ ਦਾ ਜਿਹੜਾ ਆਨਸਰ ਆ ਉਹ ਵਿਦਿਆਰਥੀਆਂ ਵੱਲੋਂ ਯਾਦ ਕਰਕੇ ਉਹ ਲਿਖਣਾਗਾ। ਇਹਦਾ ਕੀ ਫਾਇਦਾ ਹੁੰਦਾ ਕਿ ਅਗਰ ਵਿਦਿਆਰਥੀ ਨੇ ਸਹੀ ਲਿਖਤਾ ਤਾਂ ਤੁਹਾਨੂੰ 1 ਨੰਬਰ ਦਾ ਹੈ, ਤਾਂ ਤੁਹਾਡਾ 1 ਨੰਬਰ ਪੱਕਾ, ਕਿ ਉਹਦੇ ਵਿੱਚ ਕੋਈ ਨਹੀਂ ਕੱਟੇ ਜਾ ਸਕਦੇ ਕਿ ਵਿਦਿਆਰਥੀ ਨੇ ਇਹਦੀ ਇੰਟਰੋਡਕਸ਼ਨ ਸਹੀ ਨਹੀਂ ਦਿੱਤੀ ਜਾਂ ਲਿਖਾਈ ਸਾਫ਼ ਨਹੀਂ ਲਿਖੀ। ਤਾਂ ਇਹਦਾ ਟੂ ਦਾ ਪੁਆਇੰਟ ਜਿਹੜੀ ਗੱਲ ਕਰਦੀ ਉਹ ਕੀਤੀ ਜਾਂਦੀ ਹੈ। ਜਾਂ ਫਿਰ ਸਾਵੇ ਪਾਤਰ ਕਿਸ ਦੀ ਰਚਨਾ ਹੈ। ਜਿਵੇਂ ਦੂਸਰਾ ਕੁਐਸਚਨ ਦਾ ਐਗਜ਼ਾਮਪਲ ਦਿੱਤਾ, ਸਾਵੇ ਪਾਤਰ ਕਿਸ ਦੀ ਰਚਨਾ ਹੈ, ਤਾਂ ਇੱਥੇ ਇੱਕ ਆਪਾਂ ਪਰਸਨ ਦਾ ਨਾਮ ਲਿਖਣਾ। ਤਾਂ ਟੂ ਦੀ ਪੁਆਇੰਟ ਗੱਲ ਕਰਨੀ, ਆਪਾਂ ਕੋਈ ਇਹਦੀ ਇੰਟਰੋਡਕਸ਼ਨ ਨਹੀਂ ਦੇਣੀ, ਕੋਈ ਸਟੈਪਸ ਨਹੀਂ ਫੋਲੋ ਕਰਨੇ, ਕੁਝ ਨਹੀਂ। ਤਾਂ ਸਿੰਪਲ ਜਿਹੜਾ ਇੱਕ ਸ਼ਬਦ ਦੀ ਜਿਹੜੀ ਆਨਸਰ ਉਹ ਦਿੱਤਾ ਜਾਊਗਾ। ਇਹਦੀ ਆਪਾਂ ਦੂਸਰੇ ਪ੍ਰਕਾਰ ਦੀ ਗੱਲ ਕਰਦੇ ਹਾਂ। ਜਿਹੜੇ ਦੂਸਰੇ ਪ੍ਰਕਾਰ ਦੇ ਪ੍ਰਸ਼ਨ ਪੁੱਛੇ ਜਾਂਦੇ ਨੇ ਉਹ ਹੁੰਦਾ ਪੂਰਤੀ ਪ੍ਰੀਖਿਆ, ਕਿ ਇਹਦੇ ਵਿੱਚ ਤੁਹਾਨੂੰ ਅੱਧੇ ਅਧੂਰੇ ਸੈਂਟੈਂਸ ਦੇ ਦਿੱਤੇ ਜਾਂਦੇ ਨੇ। ਤਾਂ ਉਹ ਸੈਂਟੈਂਸ ਨੂੰ ਪੜ੍ਹ ਕੇ ਤੁਸੀਂ ਉਹਨੂੰ ਜਿਹੜਾ ਨਾ ਕੰਪਲੀਟ ਕਰਨਾ ਹੁੰਦਾਗਾ। ਇਸ ਵਿੱਚ ਦਿੱਤੇ ਗਏ ਕਥਨਾਂ ਵਿੱਚੋਂ ਕੁਝ ਜਿਹੜੇ ਮਹੱਤਵਪੂਰਨ ਸ਼ਬਦ ਹੁੰਦੇ ਨੇ ਉਹਨਾਂ ਨੂੰ ਜਾਣਬੁੱਝ ਕੇ ਹਟਾ ਦਿੰਦਾ। ਤੁਹਾਨੂੰ ਇੱਕ ਫਿਲਅਪਸ ਦੇ ਦਿੱਤੇ ਜਾਂਦੇ ਨੇ, ਤੁਸੀਂ ਉਹ ਬਾਕੀ ਦਾ ਜਿਹੜਾ ਸੈਂਟੈਂਸ ਹੈਗਾ ਉਹਨੂੰ ਪੜ੍ਹ ਕੇ ਫਿਲਅਪਸ ਪੂਰੇ ਕਰਨੇ ਹੁੰਦੇ ਨੇ। ਜਿਵੇਂ ਆਪਾਂ ਗੱਲ ਕਰਦੇ ਹਾਂ, ਜਿਸ ਦੀ ਡੈਸ਼ ਦਾਣੇ ਉਸਦੇ ਕਮਲੇ ਵੀ ਸਿਆਣੇ। ਆਪਾਂ ਨੇ ਇੱਕ ਸੈਂਟੈਂਸ ਪੜ੍ਹਨਾਗਾ, ਆਪਾਂ ਉਹਦੇ ਸੈਂਟੈਂਸ ਪੜ੍ਹ ਕੇ ਕੀ ਇਹਦਾ ਜਿਹੜਾ ਆਨਸਰ ਦੇਣਾ। ਮਤਲਬ ਜਿਸ ਦੇ ਡੈਸ਼ ਦਾਣੇ ਉਸਦੇ ਕਮਲੇ ਵੀ ਸਿਆਣੇ, ਜਿਸ ਦੀ ਕੋਠੀ ਦਾਣੇ ਉਸਦੇ ਕਮਲੇ ਵੀ ਸਿਆਣੇ। ਤਾਂ ਵਿਦਿਆਰਥੀ ਨੂੰ ਸਮਝਣ ਦੀ ਇਹਦੇ ਵਿੱਚ ਜ਼ਰੂਰਤ ਪੈਂਦੀ ਹੈ। ਅੱਗੇ ਆਪਾਂ ਗੱਲ ਕਰਦੇ ਹਾਂ ਪੰਜਾਬੀ ਭਾਸ਼ਾ ਦੀ ਲਿਪੀ ਡੈਸ਼ ਹੈ। ਇੱਥੇ ਇਹਦਾ ਜਿਹੜਾ ਫਿਲਹਾਲ ਦਿੱਤਾ ਹੋਊਗਾ ਕਿ ਪੰਜਾਬੀ ਭਾਸ਼ਾ ਦੀ ਜਿਹੜੀ ਲਿਪੀ ਉਹ ਗੁਰਮੁਖੀ ਹੈ। ਵਿਦਿਆਰਥੀ ਦੁਆਰਾ ਜਿਹੜਾ ਇਹਨੂੰ ਸੋਚਿਆ ਜਾਏਗਾ। ਫਿਰ ਇੱਥੇ ਵਿਦਿਆਰਥੀ ਜਿਹਨੂੰ ਮਤਲਬ ਕਨਫਰਮ ਹੋ ਗਿਆ ਉਹ ਉਹਨਾਂ ਲਿਖ ਦੇਣਾ ਕਿ ਜਿਸ ਦੀ ਕੋਠੀ ਦਾਣੇ ਉਸਦੇ ਕਮਲੇ ਵੀ ਸਿਆਣੇ। ਪੰਜਾਬੀ ਭਾਸ਼ਾ ਦੀ ਲਿਪੀ ਗੁਰਮੁਖੀ ਹੈ। ਤਾਂ ਵਿਦਿਆਰਥੀਆਂ ਨੂੰ ਇਹਦੇ ਵਿੱਚ ਪੁਨਰ ਸਮ੍ਰਿਤੀ ਦਾ ਮਤਲਬ ਕੀ ਹੁੰਦਾ, ਵਿਦਿਆਰਥੀਆਂ ਨੂੰ ਯਾਦ ਕਰਨਾ ਪੈਂਦਾ ਕਿ ਉਹਨਾਂ ਨੇ ਜਿਹੜਾ ਆਪਣੇ ਪਾਸਟ ਵਿੱਚ ਇਹਦੇ ਬਾਰੇ ਕੀ ਪੜ੍ਹਿਆ ਹੋਇਆ, ਕੀ ਜਿਹੜੀ ਇਹ ਗੱਲ ਕੀਤੀ ਹੋਈ ਆ। ਤਾਂ ਇਹਦੇ ਵਿੱਚ ਜਿਹੜਾ ਫਿਲਅਪਸ ਹੋਣਗੇ, ਇਹਦੇ ਵਿੱਚ ਜਿਹੜਾ ਇਹਦੇ ਵਿੱਚ ਡਾਇਰੈਕਟ ਉਹਨਾਂ ਨੇ ਇੱਕ ਸ਼ਬਦ ਵਿੱਚ ਆਨਸਰ ਦੇਣਾ ਹੋਏਗਾ ਆਪਣੇ ਵੱਲੋਂ, ਔਰ ਇਹਦੇ ਵਿੱਚ ਪੂਰਤੀ ਪ੍ਰੀਖਿਆ ਵਿੱਚ ਜਿਹੜੀ ਲਾਈਨ ਹੈ ਉਹ ਪੂਰੀ ਕਰਨੀ ਹੋਊਗੀ ਜਾਂ ਸੈਂਟੈਂਸ ਹੈ ਜਿਹੜਾ ਪੂਰਾ ਕਰਨਾ ਹੋਏਗਾ। ਤਾਂ ਜਿਹੜਾ ਆਪਣਾ ਟੌਪਿਕ ਸੀਗਾ ਪ੍ਰਸ਼ਨਾਂ ਦੀਆਂ ਕਿਸਮਾਂ, ਵਸਤੂਨਿਸ਼ਠ ਜਾਂ ਵਸਤੂਗਤ ਪ੍ਰਸ਼ਨਾਂ ਦੀਆਂ ਕਿਸਮਾਂ, ਉਹ ਕੰਪਲੀਟ ਹੋ ਗਿਆ, ਜਿਹਦੇ ਵਿੱਚ ਅਸੀਂ 2 ਟਾਈਪ ਦੀ ਗੱਲ ਕੀਤੀ, ਪਛਾਣਾਤਮਕ ਤੇ ਪੁਨਰ ਸਮ੍ਰਿਤੀ ਦੀ। ਪਛਾਣਾਤਮਕ ਮੁੜ ਆਪਾਂ 5 ਪ੍ਰਕਾਰ ਦੇ ਪ੍ਰਸ਼ਨ ਕੀਤੇ ਕਿ ਕਿਸ ਤਰੀਕੇ ਦੇ ਜਿਹੜੇ ਪਛਾਣਾਤਮਕ ਪ੍ਰਸ਼ਨ ਨੇ ਉਹ ਆ ਸਕਦੇ ਨੇ। ਫਿਰ ਪੁਨਰ ਸਮ੍ਰਿਤੀ ਦੀ ਆਪਾਂ ਇਹ 2 ਪ੍ਰਕਾਰ ਦੇ ਪ੍ਰਸ਼ਨ ਦੀ ਗੱਲ ਕੀਤੀ, ਸਰਲ ਪੂਰਕ ਸਮਾਨ ਪ੍ਰਸ਼ਨ ਤੇ ਜਿਹੜਾ ਹੈਗਾ ਪੂਰਤੀ ਪ੍ਰੀਖਿਆ। ਤਾਂ ਅੱਜ ਦਾ ਜਿਹੜਾ ਆਪਣਾ ਟੌਪਿਕ ਇੱਥੇ ਕੰਪਲੀਟ ਹੋ ਰਿਹਾ। ਨੈਕਸਟ ਟੌਪਿਕ ਵਿੱਚ ਆਪਾਂ ਨੈਕਸਟ ਇਹਦੇ ਬਾਰੇ ਗੱਲ ਕਰਾਂਗੇ। ਤਾਂ ਅੱਜ ਲਈ ਆਪਣਾ ਇੰਨਾ ਹੀ, ਧੰਨਵਾਦ।